ਧੰਨ ਵਾਹਿਗੁਰੂ ਜੀਓ। ਆਸਾ ਆਨੀ ਲੈ ਕੁੰਭ ਭਰਾਈ ਲੈ ਉਦਕ, ਠਾਕੁਰ ਕੋ ਇਸ਼ਨਾਨ ਕਰੋ। 42 ਲੱਖ ਜੀ ਜਲ ਮਹਿ ਹੋਤੇ, ਬੀਠਲ ਭੈਲਾ ਕਾਇ ਕਰੋ। ਜਤਰ ਜਾਉ ਤਤ ਬੀਠਲ ਭੈਲਾ, ਮਹਾ ਆਨੰਦ ਕਰੇ ਸਦ ਕੇਲਾ। ਰਹਾਉ ਆਨੀ ਲੈ ਫੂਲ ਪਰੋਈ ਲੈ ਮਾਲਾ, ਠਾਕੁਰ ਕੀ ਹੋਂ ਪੂਜ ਕਰੋ। ਪਹਿਲੇ ਬਾਸ ਲਈ ਹੈ ਭਵਰਾ, ਬੀਠਲ ਭੈਲਾ ਕਾਇ ਕਰੋ। ਆਨੀ ਲੈ ਦੂਧ ਰੀਦਾਈ ਲੈ ਖੀਰੰ, ਠਾਕੁਰ ਕੋ ਨੈਵੇਦ ਕਰੋ। ਪਹਿਲੇ ਦੂਧ ਬਿਟਾਰਿਓ ਬਛਰੈ, ਬੀਠਲ ਭੈਲਾ ਕਾਇ ਕਰੋ। ਈਭੈ ਬੀਠਲ ਊਭੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਥਾਨ ਥਨੰਤਰ ਨਾਮਾ ਪ੍ਰਣਵੈ, ਪੂਰ ਰਹਿਓ ਤੂੰ ਸਰਬ ਮਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਜੀ ਨੇ ਬਖਸ਼ਿਸ਼ ਕੀਤੀ ਹੈ ਸਤ ਸੰਗਤ ਰੂਪ ਵਿੱਚ ਸਤਿਗੁਰਾਂ ਦੇ ਪਾਵਨ ਉਪਦੇਸ਼ ਨੂੰ ਵਿਚਾਰਨ ਦਾ ਇਹ ਸੁਭਾਗ ਸਮਾਂ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਭਗਤ ਨਾਮਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਨੂੰ ਪਿਛਲੇ ਦੀਵਾਨਾਂ ਤੋਂ ਆਪਾਂ ਲੜੀਵਾਰ ਵਿਚਾਰਨ ਦਾ ਯਤਨ ਆਰੰਭ ਕੀਤਾ ਹੈ, ਜਿਸ ਵਿੱਚ ਆਪ ਜੀ ਨੇ ਗੌੜੀ ਰਾਗ ਦਾ ਪਹਿਲਾ ਸ਼ਬਦ ਅਤੇ ਆਸਾ ਰਾਗ ਦੇ ਵਿੱਚ ਜੋ ਸ਼ਬਦ ਹਨ ਉਹਨਾਂ ਨੂੰ ਸ਼ਰਵਣ ਕੀਤਾ ਹੈ। ਪਿਛਲੇ ਦੀਵਾਨਾਂ ਵਿੱਚ ਆਸਾ ਰਾਗ ਦੀ ਭਗਤ ਬਾਣੀ ਵਿੱਚ ਭਗਤ ਨਾਮਦੇਵ ਸਾਹਿਬ ਜੀ ਦਾ ਇਹ ਦੂਸਰਾ ਸ਼ਬਦ ਹੈ, ਜਿਸ ਦਾ ਪਾਠ ਆਪ ਜੀ ਨੇ ਹੁਣੇ ਹੀ ਸ਼ਰਵਣ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 485 ਉੱਤੇ ਇਹ ਸ਼ਬਦ ਸੁਭਾਈਮਾਨ ਹੈ। ਇਸ ਉੱਤੇ ਕੇਵਲ ਰਾਗ ਅੰਕਿਤ ਹੈ ਆਸਾ, ਕਿਉਂਕਿ ਇਹਨਾਂ 5 ਸ਼ਬਦਾਂ ਦਾ ਸਾਂਝਾ ਸਿਰਲੇਖ ਜਿਹੜਾ ਹੈ ਉਹ ਇੱਕੋ ਹੀ ਹੈ, ਇੱਕੋ ਓੰਕਾਰ ਸਤਿਗੁਰ ਪ੍ਰਸਾਦ ਆਸਾ ਬਾਣੀ ਸ਼੍ਰੀ ਨਾਮਦੇਵ ਜੀ ਕੀ। ਇਸ ਪਾਵਨ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਵੀ ਉਹੀ ਭਾਵ ਹੈ ਜਿਹੜਾ ਭਾਵ ਕੱਲ ਦੇ ਸ਼ਬਦ ਵਿੱਚ ਆਪਾਂ ਵਿਚਾਰਨ ਦਾ ਯਤਨ ਕੀਤਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਪਰ ਇਸ ਵਿਆਖਿਆ ਨੂੰ ਬਾਬਾ ਨਾਮਦੇਵ ਸਾਹਿਬ ਜੀ ਨੇ ਇਸ ਸ਼ਬਦ ਦੇ ਵਿੱਚ ਥੋੜ੍ਹਾ ਦੂਜੇ ਪਹਿਲੂ ਤੋਂ ਵਿਚਾਰ ਕੇ ਸਾਡੇ ਸਨਮੁਖ ਰੱਖਿਆ ਹੈ। ਅਸੀਂ ਆਪਣੇ ਆਪਣੇ ਵਿਸ਼ਵਾਸਾਂ ਦੇ ਮੁਤਾਬਕ ਪਰਮੇਸ਼ਰ ਨੂੰ ਇੱਕ ਥਾਂ ਦੇ ਉੱਤੇ ਨਿਯਤ ਕਰ ਲੈਂਦੇ ਹਾਂ। ਕੋਈ ਇਸ ਨੂੰ ਆਪਣੇ ਅਭਿਆਸ ਦਾ ਕਾਰਨ ਦੱਸਦਾ ਹੈ ਕਿ ਮੈਂ ਇਸ ਤਰ੍ਹਾਂ ਰੱਬ ਨੂੰ ਮੰਨਣ ਦਾ ਅਭਿਆਸ ਕਰਦਾ ਹਾਂ, ਇਸ ਤਰ੍ਹਾਂ ਰੱਬ ਨੂੰ ਖੋਜਣ ਦਾ ਯਤਨ ਕਰਦਾ ਹਾਂ, ਇਸ ਤਰ੍ਹਾਂ ਰੱਬ ਨੂੰ ਪਾਉਣ ਦੀ ਕੋਸ਼ਿਸ਼ ਕਰਦਾ ਹਾਂ, ਇਸ ਤਰ੍ਹਾਂ ਮੈਂ ਉਹਦਾ ਅਨੁਭਵ ਕਰਨ ਦਾ ਯਤਨ ਕਰਦਾ ਹਾਂ। ਤੋਂ ਵੱਖਰੀਆਂ ਵੱਖਰੀਆਂ ਦਲੀਲਾਂ ਹਨ। ਪਰ ਕੁਝ ਕਰਮ ਅਸੀਂ ਇਸ ਤਰ੍ਹਾਂ ਕਰਦੇ ਹਾਂ ਕਿ ਸਾਡੀ ਮਾਨਸਿਕਤਾ ਸੁੰਗੜ ਜਾਂਦੀ ਹੈ
ਸਾਡੇ ਅੰਦਰ ਹੌਲੀ ਹੌਲੀ ਤੰਗ ਦਿਲੀ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਤੇ ਅਸੀਂ ਉਹਨਾਂ ਸਾਧਨਾਂ ਤੱਕ ਜਾਂ ਉਹਨਾਂ ਚੀਜ਼ਾਂ ਤੱਕ, ਕੁਝ ਕੁ ਗਿਣਤੀ ਦੀਆਂ ਵਸਤੂਆਂ ਤੱਕ ਸੀਮਤ ਹੋ ਕੇ ਉਸ ਸਰਵ ਵਿਆਪੀ ਪਰਮੇਸ਼ਰ ਦੇ ਅਨੁਭਵ ਤੇ ਅਹਿਸਾਸ ਦੇ ਨਾਲੋਂ ਅੰਦਰੋਂ ਟੁੱਟ ਜਾਂਦੇ ਹਾਂ। ਬਾਹਰੀ ਤੌਰ ਦੇ ਉੱਤੇ ਭਾਵੇਂ ਅਸੀਂ ਇਸ ਵਿਚਾਰ ਨਾਲ ਸਹਿਮਤ ਵੀ ਹੁੰਦੇ ਹਾਂ ਤੇ ਅਕਸਰ ਇਹ ਗੱਲ ਵੀ ਕਹਿੰਦੇ ਹਾਂ ਕਿ ਰੱਬ ਤੇ ਸਾਰਿਆਂ ਵਿੱਚ ਹੀ ਹੈ, ਪਰ ਇਸ ਨੂੰ ਅਸੀਂ ਅਹਿਸਾਸ ਦੇ ਪੱਧਰ ਦੇ ਉੱਤੇ ਮੰਨਦੇ ਨਹੀਂ ਤੇ ਅਹਿਸਾਸ ਦੇ ਪੱਧਰ ਦੇ ਉੱਤੇ ਜਿਉਂਦੇ ਨਹੀਂ। ਸਾਡਾ ਜਿਹੜਾ ਸੁਭਾਅ ਹੈ ਜਾਂ ਸਾਡਾ ਵਿਹਾਰ ਹੈ ਜਾਂ ਸਾਡਾ ਜਿਹੜਾ ਜੀਵਨ ਢੰਗ ਹੈ, ਉਸ ਵਿੱਚੋਂ ਝਲਕ ਘੱਟ ਹੀ ਪੈਂਦੀ ਹੈ ਕਿ ਅਸੀਂ ਸੱਚਮੁੱਚ ਹੀ ਇਹ ਮੰਨਦੇ ਹਾਂ ਕਿ ਪਰਮੇਸ਼ਰ ਸਭਨਾਂ ਵਿੱਚ ਹੈ, ਰੱਬ ਦੀ ਜੋਤ ਕੁੱਲ ਖਲਕਤ ਵਿੱਚ ਹੈ। ਭਗਤ ਜੀ ਨੇ ਦੱਸਿਆ ਜਿਹੜਾ ਅਹਿਸਾਸ ਦੇ ਪੱਧਰ ਦੇ ਉੱਤੇ ਇਸ ਗੱਲ ਨੂੰ ਜੀਂਦਾ ਹੈ ਤੇ ਮੰਨਦਾ ਹੈ ਤੇ ਇਸ ਗੱਲ ਦਾ ਅਨੁਭਵ ਕਰਦਾ ਹੈ, ਪਹਿਲੀ ਤੇ ਗੱਲ ਉਹ ਜਗਤ ਵਿੱਚ ਕਿਸੇ ਨਾਲ ਭੇਦਭਾਵ ਨਹੀਂ ਕਰਦਾ। ਦੂਜਾ, ਉਹ ਸੰਸਾਰ ਦੇ ਰੂਪ ਰੰਗ ਆਕਾਰ ਚਿੱਤਰ ਬਚਿੱਤਰ ਇਹ ਹੈ ਅਵਚੇਰਾ ਤਜ ਚਿੱਤਰੈ ਚਿਤ ਰਾਖ ਚਤੇਰਾ, ਭਾਵ ਉਹ ਸੰਸਾਰ ਦੇ ਰੂਪ ਰੰਗ ਆਕਾਰ ਅਤੇ ਵਸਤੂਆਂ ਦੇ ਮੋਹ ਵਿੱਚ ਪੈ ਕੇ ਆਪਣੇ ਜੀਵਨ ਨੂੰ ਉਲਝਣ ਨਹੀਂ ਦਿੰਦਾ। ਉਹ ਪਦਾਰਥਾਂ ਦਾ ਹੰਕਾਰ ਵੀ ਨਹੀਂ ਕਰਦਾ। ਉਹ ਇਸ ਸੱਚ ਤੋਂ ਵੀ ਜਾਣੂ ਰਹਿੰਦਾ ਵੀ ਇਹ ਚੀਜ਼ਾਂ ਰੂਪ ਰੰਗ ਆਕਾਰ ਬਦਲਦੇ ਰਹਿੰਦੇ ਹਨ, ਉਪਜਦੀਆਂ ਬਿਨਸਦੀਆਂ ਰਹਿੰਦੀਆਂ ਹਨ, ਇਹ ਸਦਾ ਥਿਰ ਨਹੀਂ ਹਨ। ਉਹ ਇਹਨਾਂ ਸੱਚਾਈਆਂ ਨੂੰ ਮਹਿਜ਼ ਜਾਣਦਾ ਹੀ ਨਹੀਂ, ਇਹਨਾਂ ਸੱਚਾਈਆਂ ਨੂੰ ਜੀਂਦਾ ਹੈ, ਇਹਨਾਂ ਨੂੰ ਆਪਣੇ ਜੀਵਨ ਵਿੱਚ ਹੰਢਾਉਂਦਾ ਹੈ। ਇਸੇ ਕਰਕੇ ਉਸ ਦਾ ਜੀਵਨ ਜਿਹੜਾ ਹੈ ਉਹ ਪਦਾਰਥਕ ਮੋਹ ਤੋਂ ਵੀ ਉੱਚਾ ਹੁੰਦਾ ਹੈ, ਹੰਕਾਰ ਤੋਂ ਵੀ ਉੱਚਾ ਹੁੰਦਾ ਹੈ। ਉਹ ਪਦਾਰਥਕ ਲੁੱਟ ਖਸੁੱਟ ਕਰਨ ਵਾਲੇ ਬੰਦਿਆਂ ਨੂੰ, ਜੀਵਾਂ ਨੂੰ ਬਹੁਤ ਨੀਵੇਂ ਪੱਧਰ ਦੇ ਸਮਝਦਾ ਕਿ ਚੰਦ ਚੀਜ਼ਾਂ ਬਦਲੇ ਜਿਹੜੀਆਂ ਨਹੀਂ ਰਹਿਣੀਆਂ, ਉਹਨਾਂ ਚੀਜ਼ਾਂ ਬਦਲੇ ਲੋਕਾਂ ਦਾ ਖੂਨ ਵੀ ਵਹਾਉਂਦੇ ਨੇ, ਧੋਖੇ ਵੀ ਕਰਦੇ ਨੇ, ਜ਼ਾਲ ਸਾਜ਼ੀਆਂ ਵੀ ਕਰਦੇ ਨੇ, ਹੋਰ ਬੜੇ ਕਰਮ ਨੇ, ਨਖਿੱਧ ਕਰਮ ਜਿਹੜੇ ਮਨੁੱਖ ਆਪਣੇ ਜੀਵਨ 'ਚ ਕਰਦਾ ਹੈ। ਇਹ ਸਭ ਇਸੇ ਕਰਕੇ ਹੁੰਦੇ ਹਨ ਕਿ ਜਦੋਂ ਅਸੀਂ ਸੁਪਨ ਮਨੋਰਥ ਅਤੇ ਨਾਸ਼ਵੰਤ ਪਦਾਰਥਾਂ ਨੂੰ ਸਦਾ ਥਿਰ ਸਮਝ ਕੇ ਅਸਲ ਜੋਤ ਤੇ ਸੱਤਾ ਜੋ ਸਦਾ ਕਾਇਮ ਰਹਿਣ ਵਾਲੀ ਹੈ ਉਸ ਨਾਲੋਂ ਟੁੱਟ ਕੇ ਆਪਣਾ ਜੀਵਨ ਜਿਉਂਦੇ ਹਾਂ। ਤੇ ਇਸ ਪਾਵਨ ਸ਼ਬਦ ਵਿੱਚ ਸਾਡੀ ਜੋ ਕਰਮਕਾਂਡੀ ਦਸ਼ਾ ਹੈ, ਭਗਤ ਨਾਮਦੇਵ ਸਾਹਿਬ ਜੀ ਨੇ ਉਹਦਾ ਜ਼ਿਕਰ ਕੀਤਾ ਹੈ। ਰਹਾਉ ਦੇ ਬੰਦ ਵਿੱਚ ਫਰਮਾਉਂਦੇ ਹਨ, ਜਤਰ ਜਾਉ, ਜਤਰ ਦਾ ਮਤਲਬ ਹੈ ਜਿੱਥੇ ਵੀ ਜਾਵਾਂ, ਭਾਵ ਜਿਸ ਪਾਸੇ ਵੀ ਨਿਗਾਹ ਮਾਰਾਂ, ਜਿਸ ਪਾਸੇ ਵੀ ਮਹਿਸੂਸ ਕਰਾਂ, ਤਤ ਮਤਲਬ ਉੱਥੇ ਹੀ ਬੀਠਲ ਪਹਿਲਾ। ਬੀਠਲ ਦਾ ਸ਼ਬਦ ਜਿਹੜਾ ਹੈ ਇਹ ਮਹਾਰਾਸ਼ਟਰ ਮਰਾਠੀ ਬੋਲੀ ਦਾ। ਭਗਤ ਨਾਮਦੇਵ ਸਾਹਿਬ ਜੀ ਦਾ ਇਹ ਬੜਾ ਪਿਆਰਾ ਲੱਗਦਾ। ਕੁਝ ਸ਼ਬਦ ਹੁੰਦੇ ਨੇ ਜਿਹੜੇ ਮਨ ਵਿੱਚ ਤੁਹਾਡੀ ਸੁਰਤ ਵਿੱਚ ਟਿਕ ਜਾਂਦੇ ਨੇ। ਭਗਤ ਨਾਮਦੇਵ ਸਾਹਿਬ ਜੀ ਨੇ ਸ਼ਬਦ ਬਹੁਤ ਵਰਤਿਆ, ਹਾਲਾਂਕਿ ਬਾਕੀ ਗੁਰੂਆਂ ਨੇ ਵੀ ਵਰਤਿਆ ਹੈ, ਬਾਕੀ ਮਹਾਂਪੁਰਖਾਂ ਨੇ ਵੀ ਇਸ ਸ਼ਬਦ ਦੀ ਵਰਤੋਂ ਕੀਤੀ ਹੈ, ਪਰ ਭਗਤ ਨਾਮਦੇਵ ਸਾਹਿਬ ਦੀ ਕਿਉਂਕਿ ਆਪਣੀ ਬੋਲੀ ਜਿਹੜੀ ਸੀ, ਜਿਸ ਨੂੰ ਆਪਾਂ ਮਾਂ ਬੋਲੀ ਆਖਦੇ ਹਾਂ, ਉਹ ਮਰਾਠੀ ਸੀ, ਕਿਉਂਕਿ ਉਹ ਮਹਾਰਾਸ਼ਟਰਾ ਦੇ ਸਨ। ਤੇ ਇਹ ਸ਼ਬਦ ਮਰਾਠੀ ਦਾ ਖਾਸ ਹੋਣ ਕਰਕੇ ਉਹਨਾਂ ਦੀ ਬੋਲੀ ਦਾ, ਉਹਨਾਂ ਦੀ ਬਾਣੀ ਦਾ ਇੱਕ ਖਾਸ ਅੰਗ ਤੇ ਹਿੱਸਾ ਹੈ। ਬੀਠਲ ਸ਼ਬਦ ਦਾ ਅਰਥ ਹੈ ਜੋ ਸਭਨਾਂ ਵਿੱਚ ਵਿਆਪਕ ਹੈ, ਜਿਹੜਾ ਹਰ ਥਾਂ ਤੇ ਹੈ, ਇੱਥੇ ਵੀ ਉੱਥੇ ਵੀ ਹਰ ਜਗ੍ਹਾ ਤੇ। ਕੋਸ਼ ਵਿੱਚ ਇਸ ਦੇ ਬੜੇ ਅਰਥ ਦਿੱਤੇ ਨੇ। ਡਿਕਸ਼ਨਰੀ ਵਿੱਚ ਇੱਕ ਅਰਥ ਇਸ ਦਾ ਇਹ ਕੀਤਾ ਗਿਆ ਹੈ, ਜਿਹੜਾ ਅਗਿਆਨੀ ਨੂੰ ਧੱਕਾ ਨਹੀਂ ਦਿੰਦਾ ਬਲਕਿ ਅਗਿਆਨੀ ਨੂੰ ਵੀ ਕਬੂਲ ਕਰ ਲੈਂਦਾ ਹੈ, ਭਾਵ ਆਪਣੇ ਤੋਂ ਨੀਵੇਂ ਨੂੰ, ਨਖਿੱਧ ਕਰਮਾਂ ਵਾਲੇ ਨੂੰ ਵੀ ਜਿਹੜਾ ਆਪਣੇ ਗਲ ਨਾਲ ਲਾ ਲਵੇ, ਜਿਹੜਾ ਆਪਣੀ ਸ਼ਰਨ ਵਿੱਚ ਲੈ ਲਵੇ, ਉਹ ਬੀਠਲ ਹੈ। ਤੀਸਰਾ ਇਸ ਦਾ ਭਾਵ ਹੈ ਵੀ ਜੋ ਜਗਤ ਵਿੱਚ ਵਿਆਪਕ ਹੈ ਤੇ ਜਗਤ ਤੋਂ ਪਰੇ ਨਹੀਂ ਜਾਂਦਾ ਤੇ ਜਗਤ ਵਿੱਚ ਵਿਆਪਕ ਹੋ ਕੇ ਵੀ ਨਿਰਲੇਪ ਹੈ। ਤਿੰਨੇ ਅਰਥ ਹੀ ਬੜੇ ਖੂਬਸੂਰਤ ਤੇ ਬੜੇ ਵਧੀਆ ਹਨ। ਤੋ ਬੀਠਲ ਸ਼ਬਦ ਦਾ ਭਾਵ ਹੈ ਜੋ ਸਭਨਾਂ ਦੇ ਵਿੱਚ ਵਸਿਆ ਹੋਇਆ, ਸਭਨਾਂ ਵਿੱਚ ਵਿਆਪਕ, ਹਰ ਥਾਂ ਤੇ ਮੌਜੂਦ। ਭਗਤ ਜੀ ਆਖਦੇ ਹਨ, ਜਤਰ ਜਾਉ ਤਦ ਬੀਠਲ ਪਹਿਲਾ। ਉੱਥੇ ਹੀ ਉਹ ਸੀ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਉਸ ਵਾਹਿਗੁਰੂ ਦੀ, ਉਸ ਪਰਮੇਸ਼ਰ ਦੀ ਹਸਤੀ ਮੌਜੂਦ ਨਾ ਹੋਵੇ, ਜਿੱਥੇ ਉਸ ਦੀ ਚੇਤਨਾ ਕੰਮ ਨਾ ਕਰ ਰਹੀ ਹੋਵੇ,
ਜਿੱਥੇ ਉਸ ਦੇ ਹੋਣ ਦਾ ਮੈਨੂੰ ਅਹਿਸਾਸ ਨਾ ਹੋਇਆ ਹੋਵੇ। ਫਿਰ ਆਖਦੇ ਨੇ ਮਹਾ ਆਨੰਦ ਕਰੇ ਸਦ ਕੇਲਾ। ਕੇਲ ਕਹਿੰਦੇ ਹਨ ਖੁਸ਼ੀ ਵਿੱਚ ਜਦੋਂ ਕੋਈ ਨੱਚ ਉੱਠੇ, ਆਨੰਦ ਮਾਣਦਾ ਹੋਵੇ ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਕੇਲ ਕਰਨਾ। ਆਪਣੇ ਅੰਦਰ ਦੀ ਖੁਸ਼ੀ ਦਾ ਜਦੋਂ ਕੋਈ ਇਜ਼ਹਾਰ ਕਰਦਾ ਹੈ, ਪ੍ਰਗਟ ਕਰਦਾ ਹੈ ਆਪਣੇ ਅੰਦਰ ਦੇ ਚਾਅ ਨੂੰ, ਆਪਣੇ ਅੰਦਰ ਦੇ ਉਤਸ਼ਾਹ ਨੂੰ, ਆਪਣੇ ਅੰਦਰ ਦੀ ਖੁਸ਼ੀ ਨੂੰ, ਆਪਣੀ ਮੌਜ ਵਿੱਚ ਜਦੋਂ ਕੋਈ ਕਿਰਿਆ ਕਰਦਾ ਹੈ ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਕੇਲ ਕਰਨਾ। ਹੁਣ ਜ਼ਰਾ ਆਪਾਂ ਪਹਿਲੇ ਸ਼ਬਦਾਂ ਵਿੱਚ ਵੀ ਵਿਚਾਰਿਆ ਵੀ ਗੁਰਬਾਣੀ ਨੇ ਇਹ ਨਹੀਂ ਕਿਹਾ ਵੀ ਪਰਮੇਸ਼ਰ ਨੇ ਸੰਸਾਰ ਕਿਸੇ ਗੁੱਸੇ ਵਿੱਚ ਬਣਾਇਆ ਹੈ, ਕਿਸੇ ਸਜ਼ਾ ਵਿੱਚ ਬਣਾਇਆ ਹੈ ਜਾਂ ਕਿਸੇ ਮਜਬੂਰੀ ਵਿੱਚ ਬਣਾਇਆ। ਉਹਨਾਂ ਕਿਹਾ ਇਹ ਵਾਹਿਗੁਰੂ ਦੀ, ਅਕਾਲ ਪੁਰਖ ਦੀ ਪ੍ਰੇਮ ਰੂਪੀ ਮੌਜ ਹੈ। ਇਹ ਉਸ ਦੀ ਖੁਸ਼ੀ ਦਾ ਇਜ਼ਹਾਰ ਹੈ, ਉਸ ਦੇ ਅੰਦਰ ਦੇ ਆਨੰਦ ਦਾ ਪ੍ਰਗਟਾਵਾ ਹੈ। ਇਸ ਕਰਕੇ ਜਦੋਂ ਇਸ ਰਚਨਾ ਨੂੰ ਤੇ ਅਸੀਂ ਆਪਣੇ ਜੀਵਨ ਨੂੰ ਵਾਹਿਗੁਰੂ ਦੀ ਮੌਜ ਆਖਦੇ ਵੀ ਪਰਮੇਸ਼ਰ ਦੀ ਬਖਸ਼ਿਸ਼, ਉਹਦੀ ਖੁਸ਼ੀ 'ਚੋਂ ਸਾਨੂੰ, ਉਹਦੀ ਬਖਸ਼ਿਸ਼, ਉਹਦੀ ਕਿਰਪਾ 'ਚੋਂ ਸਾਨੂੰ ਇਹ ਜੀਵਨ ਪ੍ਰਾਪਤ ਹੋਇਆ ਹੈ, ਤਾਂ ਫਿਰ ਸਾਡਾ ਸੰਬੰਧ ਜਿਹੜਾ ਉਹ ਆਤਮਿਕ ਵਿਕਾਸ ਤੇ ਖੇੜੇ ਨਾਲ ਜੁੜਦਾ। ਬਜਾਏ ਦੇ ਕਿ ਅਸੀਂ ਮੰਨੀਏ ਵੀ ਅਸੀਂ ਇਸ ਧਰਤੀ ਦੇ ਉੱਤੇ ਧੱਕ ਕੇ ਸੁੱਟੇ ਗਏ ਤੇ ਸਜ਼ਾ ਭੋਗਣ ਆਏ ਹਾਂ, ਬਜਾਏ ਕਿ ਅਸੀਂ ਇਹ ਮੰਨੀਏ ਵੀ ਬੰਦਾ ਜਿਹੜਾ ਉਹ ਇੱਥੇ ਆਪਣੀ ਸਜ਼ਾ ਪੂਰੀ, ਜੂਨ ਪੂਰੀ ਕਰਨ ਵਾਸਤੇ ਆਇਆ ਹੈ, ਜੀਵਨ ਦੇ ਅਰਥ ਹੀ ਬਦਲ ਜਾਂਦੇ ਹਨ। ਜੀਵਨ ਦਾ ਸਾਰਾ ਟੀਚਾ, ਮੋਟਿਵ ਹੀ ਬਦਲ ਜਾਂਦਾ ਹੈ, ਮਕਸਦ ਹੀ ਬਦਲ ਜਾਂਦਾ ਹੈ। ਤੋ ਜਦੋਂ ਵਾਹਿਗੁਰੂ ਨੇ ਸਾਨੂੰ ਜੋ ਕੁਝ ਵੀ ਬਖਸ਼ਿਆ, ਜੋ ਵੀ ਪੈਦਾ ਕੀਤਾ, ਉਹ ਸਭ ਉਸ ਦੀ ਮੌਜ, ਖੇਡ, ਆਨੰਦ, ਖੁਸ਼ੀ ਵਿੱਚੋਂ ਹੈ। ਤਾਂ ਇਸ ਹਿਸਾਬ ਨਾਲ ਜੀਵਨ ਦੇ ਤੇ ਸੰਸਾਰ ਦੇ, ਕੁਦਰਤ ਦੇ ਹੋਣ ਦੇ ਸਾਡੇ ਲਈ ਅਰਥ ਹੀ ਬਦਲ ਜਾਣਗੇ। ਤੋ ਕਿੰਨੀ ਗਹਿਨ ਵਿਆਖਿਆ ਹੈ ਭਗਤ ਜੀ ਦੀ ਇਸ ਪੰਕਤੀ ਦੇ ਵਿੱਚ। ਮਹਾ ਆਨੰਦ ਕਰੇ, ਆਨੰਦ ਦਾ ਮਤਲਬ ਹੈ ਵਿਕਾਸ, ਖੇੜਾ, ਖੁਸ਼ੀ, ਚਾਓ, ਮਲਹਾਰ। ਸਦ ਕੇਲਾ, ਉਹ ਵਾਹਿਗੁਰੂ ਆਪਣੀ ਕੁਦਰਤ ਵਿੱਚ ਸਦਾ ਹੀ ਆਨੰਦਿਤ ਹੋ ਕੇ ਚੋਜ ਕਰ ਰਿਹਾ ਹੈ, ਖੇਡਾਂ ਖੇਡ ਰਿਹਾ ਹੈ। ਉਹ ਵਾਹਿਗੁਰੂ ਆਪਣੇ ਆਨੰਦ ਤੇ ਆਪਣੀ ਖੁਸ਼ੀ ਦਾ, ਆਪਣੀ ਮੌਜ ਦਾ ਇਸ ਤਰ੍ਹਾਂ ਉਹ ਪਰਮਾਤਮਾ, ਉਹ ਵਾਹਿਗੁਰੂ ਇਜ਼ਹਾਰ ਕਰ ਰਿਹਾ ਸਾਰੀ ਕੁਦਰਤ ਦੀ ਰਚਨਾ ਦੇ ਰਾਹੀਂ। ਉਪਜਣਾ ਵੀ ਉਹਦੀ ਖੁਸ਼ੀ ਦਾ ਭਾਗ ਹੈ, ਸੰਸਾਰ ਦੀ ਕਿਸੇ ਚੀਜ਼ ਦਾ ਚੱਲਣਾ ਵੀ ਉਹਦੀ ਮੌਜ ਵਿੱਚੋਂ ਹੈ, ਤੇ ਬਿਨਸ ਜਾਣਾ ਵੀ ਉਸ ਵਾਹਿਗੁਰੂ ਅਕਾਲ ਪੁਰਖ ਦੀ ਆਨੰਦਤ ਮੌਜ ਵਿੱਚ ਹੈ। ਮਹਾ ਆਨੰਦ ਕਰੇ ਸਦਕ, ਇਸ ਨੂੰ ਹਜ਼ੂਰ ਕਹਿੰਦੇ ਕਰ ਆਸਣ ਡਿਠੋ ਚਾਓ। ਡਿਠੋ ਦਾ ਮਤਲਬ ਹੈ ਉਹ ਆਪ ਮਾਣਦਾ ਹੈ, ਇੰਜੋਏ ਕਰਦਾ ਹੈ। ਤੁਸੀਂ ਕਈ ਵਾਰ ਵੇਖਣਾ ਕੁਝ ਕੰਮ ਅਸੀਂ ਜਿਹੜੇ ਕਰਦੇ ਨਾ ਬੋਝ ਵਿੱਚ ਕਰਦੇ ਹਾਂ। ਹੋਰ ਤਾਂ ਹੋਰ, ਤੁਸੀਂ ਸੰਖੇਪ ਉਦਾਹਰਣ ਦਿੰਦਾ, ਸੰਗਤ ਵਿੱਚ ਬੈਠੇ ਹੋਈਏ ਤੇ ਕਈ ਵਾਰ ਅਸੀਂ ਵੀ, ਬਾਣੀ ਪੜ੍ਹਨ ਵਾਲੇ ਵੀ ਤੇ ਬਾਣੀ ਸੁਣਨ ਵਾਲੇ ਵੀ, ਕਈ ਵਾਰ ਅਸੀਂ ਆਪਣਾ ਟਾਈਮ ਪੂਰਾ ਕਰਦੇ ਹਾਂ, ਕਿਉਂਕਿ ਅੰਦਰ ਮਨ ਵਿੱਚ ਉਸ ਕੰਮ ਦੇ ਪ੍ਰਤੀ ਜਦੋਂ ਚਾਅ ਨਹੀਂ ਨਾ ਹੋਏਗਾ ਤੇ ਸਾਨੂੰ ਲੱਗੇਗਾ ਮੈਂ ਫਾਲਤੂ ਵਿੱਚ ਆਪਣਾ ਸਮਾਂ ਖਰਾਬ ਕਰ ਰਿਹਾ, ਉਹ ਕੰਮ ਸਾਨੂੰ ਬੋਝ ਤੇ ਭਾਰ ਲੱਗਣ ਲੱਗ ਪਏਗਾ। ਉਹ ਫਿਰ ਅਸੀਂ ਫਰਜ਼ ਪੂਰਤੀ ਜੀ ਕਰਦੇ ਹਾਂ, ਇੱਕ ਤਰ੍ਹਾਂ ਨਾਲ ਟਾਈਮ ਟਪਾਉਣਾ ਵੀ ਗੁਟਕਾ ਸਾਹਿਬ ਅਸੀਂ ਲੈ ਲਿਆ, ਬਾਣੀ ਅਸੀਂ ਸ਼ੁਰੂ ਕਰ ਲਈ, ਹੁਣ ਮਨ ਵਿੱਚ ਇੱਕ ਭਰਮ ਹੁੰਦਾ ਵੀ ਅੱਧ 'ਚ ਨਹੀਂ ਛੱਡਣੀ, ਕਰਨੀ ਵੀ ਹੈ ਪਰ ਹੋ ਵੀ ਨਹੀਂ ਰਹੀ। ਉਹ ਜਿਹੜੀ ਸਿਚੁਏਸ਼ਨ ਹੈ ਸਾਡੇ ਅੰਦਰ ਜਿਸ ਵੇਲੇ ਉਹ ਬਣਦੀ ਹੈ, ਤਾਂ ਉਹ ਤੁਸੀਂ ਵੇਖਣਾ ਵੀ ਅਸੀਂ ਕਿੰਨੇ ਵੱਧਾ ਚੱਟੀ ਭਰਨ ਵਾਲੀ ਜਿਹੜੀ ਖੇਡ ਹੈ, ਮਜਬੂਰੀ ਜਿਹੀ ਵਸ ਅਣਮੰਨੇ ਮਨ ਨਾਲ ਉਹ ਸਾਰਾ ਕਰਮ ਕਰਦੇ ਹਾਂ, ਉਹਦਾ ਫਿਰ ਕੋਈ ਸੈਟਿਸਫੈਕਸ਼ਨ ਸਾਨੂੰ ਨਹੀਂ ਮਿਲਦੀ, ਬਸ ਇੰਨਾ ਕੁ ਹੁੰਦਾ ਵੀ ਪੂਰਾ ਕਰ ਲਿਆ। ਪਰ ਜਿਸ ਵੇਲੇ ਤੁਸੀਂ ਚਾਅ ਵਿੱਚ, ਅੰਦਰ ਦੀ ਖੁਸ਼ੀ ਨਾਲ, ਅੰਦਰ ਦੀ ਲਗਨ ਨਾਲ, ਹੁੱਬ ਨਾਲ, ਪ੍ਰੇਮ ਨਾਲ ਉਸ ਨੂੰ ਇੰਜੋਏ ਕਰਦਿਆਂ, ਉਸ ਨੂੰ ਮਾਣਦਿਆਂ ਹੋਇਆਂ ਜਦੋਂ ਤੁਸੀਂ ਉਹ ਕਾਰਜ ਕਰਦੇ ਹੋ, ਤੁਹਾਡੇ ਤੇ ਮਨ ਉੱਤੇ ਕੋਈ ਬੋਝ ਨਹੀਂ ਰਹਿੰਦਾ, ਫਿਰ ਸਮਾਂ ਤੁਹਾਨੂੰ ਟਪਾਉਣਾ ਨਹੀਂ ਪੈਂਦਾ, ਉਹ ਸਮਾਂ ਤੁਹਾਨੂੰ ਚਾਅ ਤੇ ਖੁਸ਼ੀ ਦਿੰਦਾ ਹੈ। ਉਹ ਚੀਜ਼ ਤੁਹਾਡੇ ਅੰਦਰ ਇੱਕ ਖੇੜਾ ਤੇ ਆਨੰਦ ਪੈਦਾ ਕਰਦੀ ਹੈ, ਉਹ ਤੁਹਾਨੂੰ ਇੱਕ ਤਸੱਲੀ ਦਿੰਦੀ ਹੈ, ਇੱਕ ਸੈਟਿਸਫੈਕਸ਼ਨ ਦਿੰਦੀ ਹੈ। ਬਸ ਇਹਨਾਂ ਕੀ ਫਰਕ ਹੁੰਦਾ ਹੈ। ਪਰਮੇਸ਼ਰ ਵਾਹਿਗੁਰੂ ਨੇ ਇਹ ਜਿੰਨੀ ਵੀ ਜਗਤ ਰਚਨਾ ਕੀਤੀ ਹੈ, ਜਾਂ ਇਸ ਨੂੰ ਚਲਾ ਰਿਹਾ ਹੈ, ਜਾਂ ਇਹਦਾ ਨਾਸ਼ ਹੋ ਰਿਹਾ ਹੈ, ਗੁਰਬਾਣੀ ਦੀ ਵਿਆਖਿਆ ਇਹ ਕਹਿੰਦੀ ਹੈ
ਵੀ ਉਹ ਮਾਲਕ ਵਾਹਿਗੁਰੂ ਇਸ ਵਿੱਚ ਆਪ ਵਿਆਪਕ ਹੈ, ਇਸ ਤੋਂ ਬਾਹਰ ਨਹੀਂ ਹੋਇਆ, ਤੇ ਇਸ ਦੇ ਆਨੰਦ ਨੂੰ ਉਹ ਮਾਣ ਰਿਹਾ, ਇਸ ਨੂੰ ਇੰਜੋਏ ਕਰ ਰਿਹਾ, ਇਸ ਨੂੰ ਮਾਣ ਰਿਹਾ ਹੈ ਸਾਰੀ ਜਗਤ ਦੀ ਖੇਡ। ਤੋ ਗਰੀਬ ਨਵਾਜ ਧੰਨ ਗੁਰੂ ਗ੍ਰੰਥ ਸਾਹਿਬ ਜਿਸ ਵੇਲੇ ਬਾਣੀ ਰਚਨ ਵਾਲੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੇ ਮਹਾਂਪੁਰਖ ਨੇ ਨਾ, ਉਹਨਾਂ ਦੀ ਜਿਸ ਵੇਲੇ ਆਪਾਂ ਵੱਖ-ਵੱਖ ਥਾਵਾਂ ਤੋਂ ਇਹ ਬਾਣੀ ਦੇ ਬੋਲ ਪੜ੍ਹਦੇ, ਉਹ ਵੀ ਜਦੋਂ ਜਗਤ ਵੱਲ ਝਾਤ ਮਾਰਦੇ ਨੇ, ਉਹ ਕਹਿੰਦੇ ਨੇ, ਹੇ ਮੇਰੇ ਮਾਲਕ ਵਾਹਿਗੁਰੂ, ਤੇਰੀ ਕੁਦਰਤ ਸੁਭਾਨ ਹੈ, ਭਾਵ ਖੂਬਸੂਰਤ ਹੈ, ਇਹ ਮੇਰੇ ਅੰਦਰ ਆਨੰਦ ਪੈਦਾ ਕਰਦੀ ਹੈ। ਮੈਂ ਹਵਾ, ਪਾਣੀ, ਅੱਗ, ਤੇਰੀਆਂ ਕੁਦਰਤੀ ਪ੍ਰਕਿਰਿਆਵਾਂ ਨੂੰ ਤੱਕਦਾ ਤੇ ਮੈਨੂੰ ਇਵੇਂ ਮਹਿਸੂਸ ਹੁੰਦਾ ਹੈ ਇਹ ਸਾਰਾ ਕੁਝ ਤੇਰੀ ਇਬਾਦਤ ਤੇ ਬੰਦਗੀ ਵਿੱਚ ਲੱਗਿਆ ਹੋਇਆ। ਇਵੇਂ ਪ੍ਰਤੀਤ ਹੁੰਦਾ ਹੈ ਇਹ ਜਗਤ ਦੁਨੀ ਸੁਹਾਵਾ ਬਾਗ ਹੈ, ਇਹ ਤੇਰਾ ਹੀ ਰੂਪ ਹੈ, ਤੇਰੇ ਤੋਂ ਵੱਖਰਾ ਨਹੀਂ ਹੈ। ਇਹ ਕੋ ਪੱਧਰ ਹੈ ਸੁਰਤ ਦਾ, ਜਿੱਥੇ ਕਿਸੇ ਵੀ ਤਰ੍ਹਾਂ ਦਾ ਸਟ੍ਰੈਸ ਨਹੀਂ ਸੰਸਾਰ ਨੂੰ ਲੈ ਕੇ, ਜਿੱਥੇ ਕਿਸੇ ਤਰ੍ਹਾਂ ਦਾ ਵੀ ਦਬਾਅ ਨਹੀਂ ਸੁਰਤ ਦੇ ਉੱਤੇ, ਜਿੱਥੇ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ, ਕੋਈ ਝੋਰਾ ਨਹੀਂ, ਕੋਈ ਉਦਾਸੀ ਨਹੀਂ, ਕੋਈ ਢਹਿੰਦੀ ਕਲਾ ਨਹੀਂ, ਕੋਈ ਅੰਦਰ ਮਨ ਦੇ ਅੰਦਰ ਜਿਹੜਾ ਉਹ ਕੋਈ ਭੈੜਾ ਭਾਵ ਨਹੀਂ ਹੈ, ਤਸੱਲੀ ਹੈ, ਖੁਸ਼ੀ ਹੈ, ਆਨੰਦ ਹੈ, ਸਹਿਜ ਹੈ, ਵਿਗਾਸ ਹੈ। ਇਸ ਨੂੰ ਅਸੀਂ ਜੀਵਨ ਦਾ ਇੱਕ ਲੈਵਲ ਤੇ ਪੱਧਰ ਆਖਦੇ। ਤੋ ਆਰੰਭ ਦੇ ਵਾਕ ਵਿੱਚ ਫਰਮਾਇਆ ਹੈ, ਆਨੀਲੇ ਕੁੰਭ। ਕੁੰਭ ਦਾ ਭਾਵ ਹੁੰਦਾ ਹੈ ਘੜਾ, ਆਨੀਲੇ ਤੋਂ ਭਾਵ ਹੈ ਲਿਆਂਦਾ, ਘੜਾ ਲਿਆਂਦਾ, ਭਰਾਈ ਲੈ ਉਦਕ, ਉਹਨੂੰ ਪਾਣੀ ਦੇ ਨਾਲ ਭਰ ਲਿਆ। ਫਿਰ ਕੀ ਕੀਤਾ? ਠਾਕੁਰ ਕੋ ਇਸ਼ਨਾਨ ਕਰੋ। ਇੱਥੇ ਠਾਕੁਰ ਸ਼ਬਦ ਜਿਹੜਾ ਹੈ ਉਹ ਇੱਕ ਮੂਰਤੀ ਲਈ ਵਰਤਿਆ। ਭਾਰਤੀ ਪਰੰਪਰਾ ਦੇ ਵਿੱਚ ਮੂਰਤੀ ਨੂੰ ਪਰਮੇਸ਼ਰ ਮੰਨਣਾ ਜਾਂ ਪਰਮੇਸ਼ਰ ਦਾ ਪ੍ਰਤੀਬਿੰਬ ਮੰਨਣਾ, ਇਹ ਖਿਆਲ ਬੜਾ ਪ੍ਰਚਲਿਤ ਹੈ ਔਰ ਇਸ ਦਾ ਅਭਿਆਸ ਕੀਤਾ ਜਾਂਦਾ ਹੈ। ਇਹ ਖਾਸ ਕਿਸਮ ਦੀ ਮੂਰਤੀ ਜਾਂ ਪੱਥਰ ਜਾਂ ਜੋ ਵੀ ਹੈ ਪ੍ਰਤਿਮਾ, ਉਸ ਨੂੰ ਇੱਕ ਖਾਸ ਵਿਧੀ ਦੇ ਨਾਲ ਪਹਿਲਾਂ ਤਾਂ ਉਹਨੂੰ ਬਣਾ ਕੇ, ਤਰਾਸ਼ ਕੇ, ਘੜ ਕੇ, ਜਿਸ ਤਰ੍ਹਾਂ ਵੀ ਹੈ, ਫਿਰ ਉਹਨੂੰ ਅਸਥਾਪਨ ਕੀਤਾ ਜਾਂਦਾ ਖਾਸ ਵਿਧੀ ਨਾਲ। ਤੇ ਜਦੋਂ ਉਹਨੂੰ ਅਸਥਾਪਨ ਕੀਤਾ ਜਾਂਦਾ ਹੈ ਤੇ ਉਸ ਵੇਲੇ ਪਹਿਲਾਂ ਉਹਨੂੰ ਕਿਹਾ ਜਾਂਦਾ ਇਹ ਸਧਾਰਨ ਹੀ ਹੈ। ਜਦੋਂ ਉਹਨੂੰ ਘੜਿਆ, ਬਣਾਇਆ, ਜਾਂ ਪਹਿਲੋਂ ਜਦੋਂ ਉਹਨੂੰ ਅਜੇ ਟਿਕਾਇਆ ਨਹੀਂ ਨਾ ਗਿਆ ਖਾਸ ਥਾਂ ਤੇ, ਉਹਨੂੰ ਕਿਹਾ ਜਾਂਦਾ ਸਧਾਰਨ ਪੱਥਰ ਵਰਗਾ ਪੱਥਰ ਹੀ। ਫਿਰ ਉਹਨੂੰ ਅਸਥਾਪਨ ਜਦੋਂ ਕੀਤਾ ਜਾਂਦਾ ਹੈ ਤੇ ਉਹਦੇ ਪ੍ਰਤੀ ਇਹ ਵਿਆਖਿਆ ਕੀਤੀ ਜਾਂਦੀ ਹੈ ਵੀ ਜਦੋਂ ਅਸੀਂ ਪੂਰੇ ਮੰਤਰ ਪੜ੍ਹ ਕੇ ਵਿਧੀ ਪੂਰਵਕ ਜਦੋਂ ਇਹਨੂੰ ਅਸਥਾਪਨ ਕਰਦੇ ਨੇ ਨਾ ਇੱਕ ਜਗ੍ਹਾ ਤੇ, ਉਦੋਂ ਦੇਵਤੇ ਦੀ, ਸੰਬੰਧਿਤ ਦੇਵਤੇ ਦੀ ਰੂਹ, ਆਤਮਾ ਇਹਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਤੇ ਭਗਵਾਨ ਬਣ ਜਾਂਦਾ। ਉਹ ਵਿਧੀ ਉਹਨੂੰ, ਦੇਵਤੇ ਨੂੰ ਆਵਾਜ਼ ਦਿੰਦੀ, ਉਹ ਵਿਧੀ ਜਿਹੜੀ ਉਸ ਦੇਵਤੇ ਦਾ ਪ੍ਰਵੇਸ਼ ਕਰਾਉਂਦੀ ਹੈ ਉਸ ਪ੍ਰਤਿਮਾ ਦੇ ਵਿੱਚ, ਮੂਰਤ ਵਿੱਚ। ਤੇ ਫਿਰ ਜਦੋਂ ਅਸੀਂ ਉਹਨੂੰ ਮੱਥਾ ਟੇਕਦੇ ਹਾਂ, ਫਿਰ ਉਹ ਸਧਾਰਨ ਨਹੀਂ ਰਹਿ ਜਾਂਦਾ, ਉਹ ਭਗਵਾਨ ਹੋ ਜਾਂਦਾ, ਉਹ ਦੇਵਤਾ ਬਣ ਜਾਂਦਾ। ਫਿਰ ਉਸ ਨੂੰ ਜੋ ਵੀ ਵਿਧੀ ਪੂਰਵਕ ਜਿਹੜੀ ਅੱਗੇ ਪੂਜਾ ਪ੍ਰਤਿਸ਼ਠਾ ਹੈ ਉਹਦੀ, ਉਹ ਕੀਤੀ ਜਾਂਦੀ ਹੈ। ਉਹਨੂੰ ਇਸ਼ਨਾਨ ਕਰਾਇਆ ਜਾਂਦਾ ਹੈ, ਜਿਵੇਂ ਇੱਕ ਜਿਉਂਦੇ ਜਾਗਦੇ ਇਨਸਾਨ ਨੂੰ ਕਰਾਇਆ ਜਾਂਦਾ ਹੈ। ਫਿਰ ਉਸ ਨੂੰ ਫੁੱਲਾਂ ਦੀ ਮਾਲਾ ਪਹਿਨਾਈ ਜਾਂਦੀ ਹੈ, ਫਿਰ ਉਸ ਦੀ ਆਰਤੀ ਕੀਤੀ ਜਾਂਦੀ ਹੈ, ਫਿਰ ਉਹਨੂੰ ਭੋਗ ਪਦਾਰਥਾਂ ਦੇ ਭੋਗ ਲਵਾਏ ਜਾਂਦੇ। ਉਹ ਸਾਰੀ ਪ੍ਰਕਿਰਿਆ ਜਿਹੜੀ ਹੈ ਫਿਰ ਉਹ ਸਟਾਰਟ ਹੋ ਜਾਂਦੀ, ਸ਼ੁਰੂ ਹੋ ਜਾਂਦੀ, ਉਹ ਚੱਲਦੀ ਰਹਿੰਦੀ। ਪਰ ਬਾਬਾ ਨਾਮਦੇਵ ਸਾਹਿਬ ਇੱਥੇ ਜਿਹੜਾ ਖਿਆਲ ਪ੍ਰਗਟ ਕਰ ਰਹੇ ਨੇ, ਉਹ ਇਹ ਪ੍ਰਗਟ ਕਰ ਰਹੇ ਨੇ ਵੀ ਕੀ ਹੇ ਮਨੁੱਖ, ਤੂੰ ਆਪਣੇ ਅੰਦਰ ਵਸਦੇ ਹੋਏ ਇਸ਼ਟ ਨੂੰ, ਪਰਮੇਸ਼ਰ ਨੂੰ, ਰੱਬ ਨੂੰ, ਪਰਮ ਸੱਚ ਨੂੰ ਕਦੇ ਮਹਿਸੂਸ ਕੀਤਾ ਕਿ ਉਹ ਤੇਰੇ ਅੰਦਰ ਵੀ ਹੈ? ਕਦੇ ਤੂੰ ਦੂਜੇ ਅੰਦਰ ਕੀਤਾ? ਸਾਡੇ ਮੁਲਕ ਅੰਦਰ ਵੈਸੇ ਤੇ ਇਹ ਬਿਮਾਰੀ ਹਰ ਜਗ੍ਹਾ ਦੇ ਉੱਤੇ ਹੀ ਹੈ, ਪਰ ਸਾਡੇ ਕੁਝ ਵਧੀਕ ਹੈ। ਤੋ ਜਿੱਥੇ ਵਧੀਕ ਹੋਵੇ ਸਭਨਾਂ ਦਾ ਧਿਆਨ ਉਸ ਪਾਸੇ ਵੱਲ ਜਾਂਦਾ। ਜਾਤ ਪਾਤ ਦੇ ਕਿੰਨੇ ਪੀੜੇ ਬੰਧਨ ਹਨ, ਚਮੜੀ ਕਰਕੇ, ਕਿੱਤਾ ਕਰਕੇ। ਫਿਰ ਜਿਹੜਾ ਜਨਮ ਸਿੱਧ, ਜਿਹਨੂੰ ਆਪਾਂ ਕਹਿੰਦੇ ਜਨਮ ਸਿੱਧ, ਇੱਕ ਬੱਚਾ ਪੈਦਾ ਹੋਇਆ ਤੇ ਪੈਦਾ ਹੁੰਦਿਆਂ ਹੀ ਉਹਦੇ ਮੱਥੇ ਤੇ ਇਹ ਲੇਬਲ ਲਾ ਦਿੱਤਾ ਗਿਆ ਵੀ ਇਹ ਊਚ ਹੈ ਕਿ ਨੀਚ ਹੈ। ਪਹਿਲੋਂ ਹੀ ਸਮਾਜ ਨੇ ਮਿਥਿਆ ਵੀ ਇਹਨਾਂ ਘਰ ਜੋ ਵੀ ਪੈਦਾ ਹੋਏਗਾ, ਭਾਵੇਂ ਉਹ ਕਿੰਨੇ ਵੀ ਚੰਗੇ ਕੰਮਾਂ ਵਾਲਾ ਹੋਵੇ, ਇਹ ਗੱਲ ਮੈਟਰ ਨਹੀਂ ਕਰਦੀ। ਮੈਟਰ ਇਹ ਕਰਦਾ ਹੈ ਵੀ ਇਹਦਾ ਜਨਮ ਤਥਾ ਕਥਿਤ ਪਛੜੀ ਹੋਈ ਅਛੂਤ ਨੀਵੀਂ ਬਿਰਾਦਰੀ ਵਿੱਚ ਹੋਇਆ, ਉਹਨੂੰ ਫਿਰ ਸਾਰੀ ਜ਼ਿੰਦਗੀ ਉਹ ਸਜ਼ਾ ਕੱਟਣੀ ਪੈਂਦੀ।
ਉਹ ਲੱਖ ਆਪਣੇ ਕੰਮਾਂ ਨਾਲ, ਆਪਣੇ ਹੁਨਰ ਨਾਲ, ਆਪਣੀ ਸਿਆਣਪ ਨਾਲ, ਆਪਣੀ ਅਕਲ ਨਾਲ ਕਿੰਨਾ ਵੀ ਉੱਚਾ ਕੰਮ ਕਰ ਜਾਏ, ਪਰ ਉਹਦਾ ਉਹ ਰੁਤਬਾ ਸਾਡਾ ਜਾਤ ਪਾਤ ਦਾ ਪ੍ਰਵਾਨ ਨਹੀਂ ਕਰੇਗਾ। ਰੁਤਬਾ ਕਿਹੜਾ ਉਹਨੂੰ ਦਿੱਤਾ ਜਾਏਗਾ ਜੋ ਅਸੀਂ ਮਿਥ ਰੱਖਿਆ ਪਹਿਲਾਂ ਵੀ ਇਹ ਨੀਚ ਹੈ, ਇਹ ਊਚ ਹੈ। ਕਾਸਟਿਜ਼ਮ ਜਿਹੜਾ ਹੈ, ਬਰਾਦਰੀਵਾਦ, ਜਾਤ ਪਾਤ, ਔਰ ਉਹ ਚੀਜ਼ ਦੇ ਨਾਲ ਕਿੰਨੀਆਂ ਸਦੀਆਂ ਦੀਆਂ ਨਫ਼ਰਤਾਂ ਜੁੜੀਆਂ ਹੋਈਆਂ ਨੇ, ਭੇਦਭਾਵ। ਫਿਰ ਮਜ਼ਹਬੀ ਤੌਰ ਦੇ ਉੱਤੇ ਲੜਾਈਆਂ, ਝਗੜੇ, ਫਸਾਦ, ਦੰਗੇ, ਕਤਲੋ ਗਾਰਤਾਂ, ਲੁੱਟਾਂ ਖੋਹਾਂ, ਉਹ ਸਾਰਾ ਕੁਝ ਚੱਲਦਾ। ਫਿਰ ਜਦੋਂ ਇਹਦੇ ਤੋਂ ਵੀ ਥੋੜ੍ਹਾ ਜਿਹਾ ਪਾਸੇ ਜਾਈਏ, ਫਿਰ ਅਮੀਰੀ ਤੇ ਗਰੀਬੀ ਦਾ ਰੌਲਾ ਪੈਂਦਾ। ਫਿਰ ਇਹਦੇ ਤੋਂ ਵੀ ਪਾਸੇ ਹੋਈਏ ਤੇ ਅਹੁਦਿਆਂ ਦਾ, ਰੁਤਬਿਆਂ ਦਾ ਰੌਲਾ ਪੈਂਦਾ। ਇਹ ਸਾਰੇ ਦੇ ਵਿੱਚ ਚੀਜ਼ ਕੀ ਭਰੀ ਹੋਈ ਹੈ? ਸਵਾਰਥ, ਹਉਮੈ, ਨਫ਼ਰਤ, ਈਰਖਾ, ਭੇਦਭਾਵ, ਦਵੈਸ਼। ਇਹ ਵੱਖਰੇ ਵੱਖਰੇ ਰੂਪਾਂ 'ਚ ਸਾਡੇ ਅੰਦਰੋਂ ਪ੍ਰਗਟ ਹੁੰਦਾ, ਔਰ ਇਹ ਚੀਜ਼ਾਂ ਉਹਨੂੰ ਪੱਕਿਆਂ ਕਰਦੀਆਂ। ਦੋਵੇਂ ਚੀਜ਼ਾਂ ਹੀ ਇੱਕ ਦੂਜੇ ਨਾਲ ਪੈਰਾਲਲ ਚੱਲਦੀਆਂ। ਤੋ ਭਗਤ ਨਾਮਦੇਵ ਸਾਹਿਬ ਜੀ ਇੱਥੇ ਸਾਨੂੰ ਯਾਦ ਕਰਾ ਰਿਹਾ, ਸਾਡਾ ਭਰਮ ਦੂਰ ਕਰਦਿਆਂ ਹੋਏ। ਕਹਿੰਦੇ ਨੇ ਪਾਣੀ ਦਾ ਇੱਕ ਘੜਾ ਲਿਆਂਦਾ, ਉਹਨੂੰ ਪਾਣੀ ਨਾਲ ਭਰ ਲਿਆ, ਤੇ ਜਿਸ ਨੂੰ ਮੈਂ ਭਗਵਾਨ ਕਿਹਾ ਉਸ ਠਾਕੁਰ ਦਾ ਮੈਂ ਇਸ਼ਨਾਨ ਕਰਵਾਇਆ। ਫਿਰ ਅੱਗੇ ਫਰਮਾਉਂਦੇ ਹਨ, ਬੰਦਾ ਐਸਾ ਕਰਮ ਕਰਕੇ ਸੋਚ ਰਿਹਾ ਵੀ ਮੈਂ ਭਗਵਾਨ ਦੀ ਸੇਵਾ ਕਰ ਲਈ, ਮੈਂ ਭਗਵਾਨ ਦਾ ਨਿੰਨ ਭਗਤ ਹੋ ਗਿਆ, ਸੇਵਾਦਾਰ ਹੋ ਗਿਆ, ਧਰਮੀ ਹੋ ਗਿਆ, ਚੰਗਾ ਹੋ ਗਿਆ। ਉਹਨੂੰ ਉਹ ਆਪਣੇ ਆਪ ਨੂੰ ਇੱਕ ਸਰਟੀਫਿਕੇਟ ਦੇ ਲੈਂਦਾ, ਔਰ ਸਾਡਾ ਪ੍ਰਬੰਧ ਉਹਨੂੰ ਇੱਕ ਸਰਟੀਫਿਕੇਟ ਇਸ਼ੂ ਕਰ ਦਿੰਦਾ ਵੀ ਇਹ ਭਗਤ ਹੈ, ਇਹ ਗੁਰਮੁਖ ਹੈ, ਇਹ ਰੱਬ ਦੇ ਰਾਹ ਤੇ ਤੁਰਨ ਵਾਲਾ ਹੈ, ਭਗਵਾਨ ਨੂੰ ਮੰਨਣ ਵਾਲਾ ਹੈ, ਇਹ ਆਸਤਕ ਹੈ, ਇਹ ਧਰਮੀ ਹੈ। ਉਹ ਸਾਰਾ ਕੁਝ ਅਸੀਂ ਜਾਨੀ ਕਿ ਜਿੰਨੇ ਚੰਗੇ ਲਕਬ ਨੇ ਉਹਦੇ ਨਾਲ ਜੁੜ ਗਏ, ਕਿਉਂਕਿ ਉਹਨੇ ਇੱਕ ਕਿਰਿਆ ਨਿਭਾਈ, ਉਹਨੇ ਇੱਕ ਗਿਣਤੀ ਮਿਣਤੀ ਦੇ ਕੰਮਾਂ ਵਿੱਚੋਂ ਕੁਝ ਕੰਮ ਕੀਤੇ। ਸਾਡਾ ਪੈਮਾਨਾ ਇਹ ਹੈ। ਤੋ ਇਸੇ ਨੂੰ ਕਹਿੰਦੇ ਨੇ 42 ਲੱਖ ਜੀ ਜਲ ਮੈਂ ਹੋਤੇ। ਭਾਰਤੀ ਵਿਆਖਿਆ ਵਿੱਚ 84 ਲੱਖ ਜੂਨਾਂ, 84 ਲੱਖ ਦੇ ਵਿੱਚੋਂ ਮੰਨਿਆ ਜਾਂਦਾ। ਇਹ ਕੋਈ ਐਸਾ ਪਰਮਾਨੈਂਟਲੀ ਵਿਚਾਰ ਨਹੀਂ ਹੈ, ਪਰ ਇਹ ਉਸ ਵਿਆਖਿਆ ਦੀ ਮੈਂ ਉਦਾਹਰਣ ਦੇ ਰਿਹਾ। ਜਿਹੜੇ ਆਖਦੇ ਨੇ 84 ਲੱਖ ਜੂਨਾਂ ਨੇ, 84 ਲੱਖ ਜੂਨਾਂ ਚੋਂ 42 ਲੱਖ ਜੂਨਾਂ ਧਰਤੀ ਤੇ ਰਹਿੰਦੀਆਂ ਨੇ ਤੇ 42 ਲੱਖ ਪਾਣੀ 'ਚ ਰਹਿੰਦੀਆਂ। ਭਗਤ ਜੀ ਉਹਨਾਂ ਦੀ ਉਦਾਹਰਣ ਹੀ ਦੇ ਰਹੇ ਜਿਹੜੇ ਐਸਾ ਮੰਨਦੇ ਨੇ। ਵੈਸੇ ਤਾਂ ਬਾਣੀ ਕਹਿੰਦੀ ਹੈ ਕੋਈ ਗਿਣਤੀ ਨਹੀਂ, ਕਿੰਨੇ ਜੀਵ ਜੰਤੂ ਨੇ, ਕਿੰਨਾ ਕੁਝ ਸਿਰਜਿਆ ਗਿਆ, ਕੋਈ ਗਿਣਤੀ ਹੋ ਹੀ ਨਹੀਂ ਸਕਦੀ, ਕਾਊਂਟਲੈਸ ਹੈ। ਉਹਨੂੰ ਤਾਂ ਬਾਣੀ ਅਸੰਖ ਕਹੇ ਸਿਰ ਭਾਰ ਹੋਏ ਵੀ ਕਹਿ ਦਿੰਦੇ ਵੀ ਮੈਂ ਅਸੰਖ ਵੀ ਆਖਾਂ ਨਾ ਤੇ ਮੈਨੂੰ ਬੋਝ ਜਿਹਾ ਲੱਗਦਾ ਹੈ ਵੀ ਇਹ ਸ਼ਬਦ ਵੀ ਕਿਸੇ ਚੀਜ਼ ਵਿੱਚ ਬੰਨ੍ਹ ਦਿੰਦਾ ਤੁਹਾਨੂੰ। ਕੋਈ ਸ਼ਬਦ ਹੀ ਨਹੀਂ ਜਿਹਦੇ ਨਾਲ ਮੈਂ ਐਕਸਪਲੇਨ ਕਰਾਂ ਵੀ ਕਿੰਨਾ ਕੁ ਹੈ, ਕਿਉਂਕਿ ਸਾਡੀ ਵੀ ਤੇ ਇੱਕ ਹੱਦ ਹੈ ਨਾ ਕੁਝ ਕਹਿਣ ਦੀ। 42 ਲੱਖ ਜੀ, 42 ਲੱਖ ਜੀ ਜਲ ਮੈਂ ਹੋਤੇ, ਜਲ ਦੇ ਵਿੱਚ ਨੇ। ਉਹਨਾਂ ਨੂੰ ਜਿਨ੍ਹਾਂ ਨੂੰ ਸਮਝਾ ਰਹੇ ਨੇ ਭਗਤ ਨਾਮਦੇਵ ਸਾਹਿਬ। ਫਿਰ ਆਖਦੇ ਨੇ ਬੀਠਲ ਪਹਿਲਾ, ਬੀਠਲ ਉਹਨਾਂ ਵਿੱਚ ਵੀ ਸੀ। ਪਹਿਲਾ ਦਾ ਮਤਲਬ ਪਹਿਲਾ। ਬਾਣੀ ਤੁਸੀਂ ਪੜ੍ਹੋਗੇ ਭਗਤ ਨਾਮਦੇਵ ਸਾਹਿਬ ਦੇ ਕੋਪਿਲਾ, ਕ੍ਰੋਧਤ ਹੋਇਆ ਸੀ, ਆਏ ਲਾ ਆਇਆ ਸੀ, ਜਾਏ ਲਾ ਚਲਾ ਗਿਆ। ਇਹ ਸ਼ਬਦ ਜਿਹੜਾ ਹੈ ਭੂਤ ਕਾਲ ਦੇ ਲਈ ਵਰਤਿਆ ਜਾਂਦਾ ਹੈ ਮਰਾਠੀ ਭਾਸ਼ਾ ਦੇ ਵਿੱਚ। ਭਾਵ ਜੋ ਸੀ, ਜੋ ਹੈ, ਜੋ ਹੋ ਗਿਆ, ਉਹਦੇ ਲਈ ਸ਼ਬਦ ਵਰਤਿਆ ਜਾਂਦਾ। ਸ਼ਬਦ ਹੈ ਪਹਿਲਾ। ਉਹਨਾਂ ਵਿੱਚ ਵੀ ਤੇ ਰੱਬ ਸੀ, ਉਹਨਾਂ ਵਿੱਚ ਵੀ ਤੇ ਪਰਮੇਸ਼ਰ ਦੀ ਜੋਤ ਸੀ, ਜਿਹੜੇ ਜੀਵ ਪਾਣੀ ਵਿੱਚ ਰਹਿ ਰਹੇ ਨੇ। ਤੇ ਜਦੋਂ ਉਹਨਾਂ ਵਿੱਚ ਵੀ ਪਰਮੇਸ਼ਰ ਦੀ ਜੋਤ ਹੈ ਤੇ ਪਰਮੇਸ਼ਰ ਤਾਂ ਆਪ ਹੀ ਪਾਣੀ ਦਾ ਲੁਤਫ ਤੇ ਆਨੰਦ ਲੈ ਰਿਹਾ, ਉਹ ਤੇ ਆਪ ਹੀ ਨਹਾ ਰਿਹਾ, ਹਰ ਵੇਲੇ ਹੀ ਨਹਾ ਰਿਹਾ। ਫਿਰ ਮੈਂ ਵੱਖਰਾ ਤੌਰ ਦੇ ਉੱਤੇ ਉੱਥੋਂ ਪਾਣੀ ਲਿਆ ਕੇ ਤੇ ਕਿਹੜੇ ਰੱਬ ਦਾ ਇਸ਼ਨਾਨ ਕਰਾ ਰਿਹਾ? ਜਦੋਂ ਅਸੀਂ ਕਹਿ ਲਿਆ ਵੀ ਰੱਬ ਸਾਰੇ ਜੀਵਾਂ 'ਚ ਹੈ ਤੇ ਉਹਨਾਂ ਜੀਵਾਂ 'ਚ ਨਹੀਂ ਜਿਹੜੇ ਪਾਣੀ 'ਚ ਰਹਿੰਦੇ ਨੇ। ਫਿਰ ਮੈਂ ਆਪਣਾ ਇੱਕ ਮਿੱਥ ਕੇ ਪਰਮੇਸ਼ਰ ਰੱਬ ਤੇ ਉੱਥੋਂ ਪਾਣੀ ਲਿਆ ਕੇ ਉਹਦਾ ਇਸ਼ਨਾਨ ਕਰਾ ਕੇ ਕਹਿੰਦਾ ਮੈਂ ਜੀ ਭਗਵਾਨ ਦਾ ਇਸ਼ਨਾਨ ਕਰਾ। ਭਗਤ ਜੀ ਕਹਿੰਦੇ ਨੇ ਅਸੀਂ ਕਿਸ ਕਸ਼ਮਕਸ਼ ਦੇ ਸ਼ਿਕਾਰ ਹਾਂ, ਕਿਸ ਦੁਬਦਾ ਦੇ ਸ਼ਿਕਾਰ ਹਾਂ। ਫਿਰ ਅੱਗੇ ਫਰਮਾਉਂਦੇ ਹਨ, ਆਨੀ ਲੈ ਫੂਲ ਪਰੋਈ ਲੈ ਮਾਲਾ, ਠਾਕੁਰ ਕੀ ਹੋਂ ਪੂਜ ਕਰੋ। ਲਿਆਂਦੇ
ਫੁੱਲ ਤੇ ਉਹਨਾਂ ਦੀ ਮਾਲਾ ਪਰੋ ਲਈ ਤੇ ਇੱਕ ਜਗ੍ਹਾ ਤੇ ਸਥਾਪਿਤ ਕੀਤੇ ਹੋਏ ਭਗਵਾਨ ਨੂੰ, ਜਿਸ ਨੂੰ ਮੈਂ ਭਗਵਾਨ ਆਨਾ, ਉਸ ਨੂੰ ਮੈਂ ਮਾਲਾ ਰਾਹੀਂ ਉਹਦੀ ਪੂਜਾ ਕੀਤੀ। ਸਾਡੀ ਵੈਸੇ ਆਦਤ ਹੀ ਐਸੀ ਹੈ ਮੁਆਫ ਕਰਨਾ। ਇਹ ਸਾਰੇ ਮਜ਼ਹਬਾਂ 'ਚ ਇਹ ਖੇਡ ਚੱਲ ਰਹੀ ਹੈ। ਟਾਹਣੀ ਦੇ ਉੱਤੇ ਲੱਗੇ ਹੋਏ ਫੁੱਲ ਤਾਂ ਸਾਨੂੰ ਲੱਗਦਾ ਹੀ ਨਹੀਂ ਕਿ ਇਹ ਭਗਵਾਨ ਦੇ ਨੇ। ਅਸੀਂ ਉੱਥੋਂ ਤੋੜਾਂਗੇ, ਲਿਆ ਕੇ ਅੰਦਰ ਸੁੱਟ ਦਿਆਂਗੇ, ਭਾਵੇਂ ਉਹ ਮੰਦਿਰ ਹੋਵੇ, ਮਸਜਿਦ ਹੋਵੇ, ਗੁਰਦੁਆਰਾ ਹੋਵੇ, ਜਿੱਥੇ ਜਿੱਥੇ ਵੀ। ਉੱਥੇ ਉਹਨੇ 4 ਘੜੀਆਂ ਖਿੜੇ ਰਹਿਣਾ ਹੁੰਦਾ ਤੇ ਇੱਥੇ ਉਹਨੇ ਉਸੇ ਵੇਲੇ ਮੁਰਝਾ ਜਾਣਾ ਹੁੰਦਾ, ਪਰ ਸਾਨੂੰ ਸੈਟਿਸਫੈਕਸ਼ਨ ਨਹੀਂ ਹੁੰਦੀ। ਅਸੀਂ ਉੱਥੇ ਉਹਦਾ ਆਨੰਦ ਤੇ ਖੇੜਾ ਮਾਨਣ ਦੀ ਬਜਾਏ, ਉੱਥੇ ਉਹਦਾ ਸੁਹੱਪਣ ਵੇਖਣ ਦੀ ਬਜਾਏ ਉਹਨੂੰ ਤੋੜਨ ਵਿੱਚ ਵੱਧ ਯਕੀਨ ਕਰਦੇ ਹਾਂ। ਔਰ ਕਰੋੜਾਂ ਰੁਪਈਆਂ ਦੀਆਂ ਐਸੀਆਂ ਚੀਜ਼ਾਂ ਜਿਹੜੀਆਂ ਨੇ ਉਹ ਧਰਮ ਸਥਾਨਾਂ 'ਤੇ ਲਿਆਂਦੀਆਂ ਜਾਂਦੀਆਂ ਤੇ ਫਿਰ ਬਾਹਰ ਰੂੜੀ ਦੇ ਢੇਰ ਤੇ ਕਚਰੇ 'ਚ, ਗਾਰਬੇਜ 'ਚ ਸੁੱਟ ਦਿੱਤੀਆਂ ਜਾਂਦੀਆਂ। ਸਾਡੇ ਅੰਦਰ ਕੁਦਰਤ ਦੇ ਪ੍ਰਤੀ ਉਹ ਜਜ਼ਬਾ ਹੀ ਨਹੀਂ ਜਿਹੜਾ ਗੁਰੂ ਸਾਹਿਬਾਨ ਆਪ ਬਾਣੀ 'ਚ ਮਹਿਸੂਸ ਕਰਦੇ ਨੇ। ਤਾਂ ਅਸੀਂ ਇੱਕ ਸਰਕਲ ਵਿੱਚ ਪਏ ਹੋਏ ਹਾਂ ਲਗਾਤਾਰ। ਆਨੀ ਲੈ ਫੂਲ ਪਰੋਈ ਲੈ ਮਾਲਾ, ਮਾਲਾ ਪਰੋ ਲਈ ਠਾਕੁਰ ਕੀ ਹੋਂ ਪੂਜ ਕਰੋ। ਫਿਰ ਮੈਂ ਠਾਕੁਰ ਦੀ ਪੂਜਾ ਕੀਤੀ। ਫਿਰ ਫਰਮਾਉਂਦੇ ਹਨ, ਪਹਿਲੇ ਬਾਸ ਲਈ ਹੈ ਭਵਰਾਂ। ਜਿਹੜੇ ਭਵਰੇ ਨਾ, ਉਸ ਫੁੱਲ ਦੇ ਉੱਤੇ ਜਾ ਕੇ ਗੁੰਜਾਰ ਪਾਉਂਦੇ ਸਨ, ਉਹਦਾ ਰੂਪ, ਰੰਗ, ਰਸ ਮਾਣਦੇ ਸਨ। ਪਰ ਇਹ ਫੁੱਲ ਤਾਂ ਪਹਿਲਾਂ ਵੀ ਝੂਠਾ ਹੋ ਗਿਆ। ਲੋਕ ਕਹਿੰਦੇ ਨੇ ਸੁੱਚੇ ਫੁੱਲ ਲਿਆਏ, ਲੋਕ ਕਹਿੰਦੇ ਨੇ ਸੁੱਚਾ ਜਲ ਲਿਆਇਓ। ਇਹ ਸ਼ਬਦ ਸਾਡੇ 'ਚ ਵੀ ਬੜਾ ਪ੍ਰਚਲਿਤ, ਸੁੱਚਾ ਜਲ। ਸਾਫ਼ ਨਹੀਂ ਕਹਿਣਾ ਸੀ, ਸੁੱਚਾ। ਪਰ ਜਿਹੜੇ ਉਹਦੇ ਵਿੱਚ ਜੀਵ ਜੰਤੂ ਨੇ ਉਹਨਾਂ ਨੇ ਸੁੱਚਾ ਰਹਿਣ ਕਿੱਥੇ ਦਿੱਤਾ? ਜਿਹੋ ਜਿਹਾ ਤੁਸੀਂ ਕਹਿੰਦੇ ਹੋ ਸੁੱਚਾ, ਉਹ ਰਿਹਾ ਕਦੋਂ? ਉਹ ਫੁੱਲ ਸੁੱਚੇ ਰਹੇ ਕਦੋਂ? ਭਵਰਿਆਂ ਨੇ ਤਾਂ ਉਹਨੂੰ ਪਹਿਲਾਂ ਝੂਠਾ ਕਰ ਦਿੱਤਾ, ਉਹਦੀ ਸੁਗੰਧ ਮਾਣਦੇ ਰਹੇ। ਅੱਛਾ ਤੁਸੀਂ ਵੇਖੋ, ਕੋਈ ਬੰਦਾ ਫੁੱਲ ਤੋੜ ਕੇ ਲਿਆ ਰਿਹਾ ਹੋਵੇ ਤੇ ਬੱਚਾ ਉਹਨੂੰ ਸੁੰਘ ਲਵੇ ਤੇ ਆਪਾਂ ਉਹਨੂੰ ਝਿੜਕ ਦਿੰਦੇ ਹਾਂ ਵੀ ਝੂਠੇ ਕਰਦਾ, ਮਹਾਰਾਜ ਲਈ ਲੈ ਕੇ ਜਾਣਾ, ਠਾਕੁਰ ਭਗਵਾਨ ਲਈ ਲੈ ਕੇ ਜਾਣਾ। ਭਵਰੇ ਵੀ ਤਾਂ ਉਹਨੂੰ ਸੁੰਘਦੇ ਨੇ, ਉਹਨੂੰ ਮਾਣਦੇ ਨੇ। ਇੱਕ ਤਾਂ ਇਹ ਭਰਮ ਖੰਡਨ ਹੋ ਗਿਆ ਵੀ ਉਹ ਸੁੱਚਾ ਹੈ, ਤੇ ਦੂਜਾ ਇਹ ਵੀ ਉਸ ਭਵਰੇ ਦੇ ਵਿੱਚ ਵੀ ਤਾਂ ਪਰਮੇਸ਼ਰੀ ਜੋਤ ਹੈ, ਉਹਦੇ ਰੂਪ ਵਿੱਚ ਹੀ ਵਾਹਿਗੁਰੂ ਨੇ ਉਹਨੂੰ ਮਾਣ ਲਿਆ ਪਹਿਲਾਂ। ਫਿਰ ਮੈਂ ਕਿਹੜੇ ਠਾਕੁਰ ਦੀ ਭੇਟਾ ਕਰਨ ਲੈ ਕੇ ਜਾ ਰਿਹਾ ਉਸ ਨੂੰ? ਬੀਠਲ ਪਹਿਲਾ ਕਾਏ ਕਰੋ, ਮੈਂ ਫਿਰ ਹੁਣ ਕਾਹਦੀ ਪੂਜਾ ਕਰਾਂ? ਜਦੋਂ ਮੈਂ ਇਹ ਮਹਿਸੂਸ ਕਰ ਲਿਆ ਵੀ ਭਵਰੇ ਵਿੱਚ ਵੀ ਤੇ ਉਹਦੀ ਜੋਤ ਹੈ। ਫਿਰ ਫਰਮਾਉਂਦੇ ਹਨ, ਆਨੀ ਲੈ ਦੂਧ, ਦੁੱਧ ਲਿਆਂਦਾ, ਰਿਧਾਈ ਲੈ ਖੀਰਨ, ਖੀਰ ਰਿੰਨ ਲਈ। ਫਿਰ ਆਖਦੇ ਨੇ ਠਾਕੁਰ ਕਉ ਨੈਵੇਦ ਕਰੋ। ਨੈਵੇਦ ਦਾ ਮਤਲਬ ਹੁੰਦਾ ਹੈ ਚੜਾਵਾ ਚੜਾ ਕੇ ਭੋਗ ਲਵਾਉਣਾ, ਭੋਗ ਲਵਾਉਣਾ। ਹੁਣ ਅਸੀਂ ਇਹਨਾਂ ਚੀਜ਼ਾਂ ਦਾ ਡਿਫਰੈਂਸ ਨਹੀਂ ਸਮਝਿਆ। ਜਿਹੜੀ ਕੜਾਹ ਪ੍ਰਸ਼ਾਦ ਦੀ ਦੇਗ ਹੈ ਨਾ, ਇਹ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਆਪਾਂ ਜਿੱਥੇ ਬੈਠੇ ਇਹਦੀ ਵੀ ਗੱਲ ਹੋਣੀ ਚਾਹੀਏ। ਇਹ ਸਾਡਾ ਇੱਕ ਰੂਲ ਹੈ। ਕਈਆਂ ਨੂੰ ਲੱਗਦਾ ਵੀ ਕਿਰਪਾਨ ਰਾਹੀਂ ਮਹਾਰਾਜ ਛਕਦੇ ਹਨ, ਇਹ ਅਸੀਂ ਭਰਮ ਬਣਾ ਲਿਆ। ਕਈ ਤਾਂ ਇੰਨੀ ਵੀ ਵਿਆਖਿਆ ਕਰਦੇ ਜਿਹੜੀ ਕਿਰਪਾਨ ਹੈ ਉਹ ਮਹਾਰਾਜ ਦੀ ਜ਼ਬਾਨ ਹੈ, ਰਸਨਾ ਹੈ। ਅਸੀਂ ਕਿੱਥੋਂ ਤੱਕ ਚਲੇ ਗਏ? ਉਹ ਜਿਹੜੀ ਚੀਜ਼ ਹੈ ਇਹ ਕੇਵਲ ਤੇ ਕੇਵਲ ਇੱਕ ਪ੍ਰਵਾਨਗੀ ਹੈ। ਸਾਡਾ ਇੱਕ ਨਿਯਮ ਹੈ ਵੀ ਸੰਗਤ ਵਿੱਚ ਇੱਕ ਸਾਂਝੇ ਰੂਪ ਵਿੱਚ ਇੱਕ ਪਕਵਾਨ ਛਕਿਆ ਜਾਂਦਾ ਹੈ, ਕੜਾਹ ਪ੍ਰਸ਼ਾਦ ਦੀ ਦੇਗ। ਉਹਨੂੰ ਕਿਰਪਾਨ ਭੇਟ ਇਸ ਕਰਕੇ ਕੀਤਾ ਜਾਂਦਾ ਹੈ ਵੀ ਦੁਨੀਆ ਦੇ ਤਮਾਮ ਕਈ ਜਗ੍ਹਾ ਦੇ ਉੱਤੇ ਐਸੀਆਂ ਰੀਤਾਂ ਪ੍ਰਚਲਿਤ, ਭਾਰਤੀ ਮੱਤਾਂ ਵਿੱਚ ਕਈ ਦੇਹਧਾਰੀ ਪ੍ਰਥਾਵਾਂ ਵਿੱਚ ਰੀਤਾਂ ਪ੍ਰਚਲਿਤ ਨੇ ਵੀ ਉਸ ਨੂੰ ਪਹਿਲਾਂ ਦੇਹਧਾਰੀ ਛਕਦਾ ਤੇ ਫਿਰ ਅੱਗੇ ਵੰਡਦੇ। ਉਹਨੂੰ ਫਿਰ ਲਾ ਕੇ ਉਹਨੂੰ ਸੀਤ ਪ੍ਰਸ਼ਾਦ ਕਹਿੰਦੇ ਹਨ, ਝੂਠਾ। ਸਾਡੇ 'ਚ ਐਸਾ ਨਹੀਂ। ਸਾਡੇ 'ਚ ਸੰਗਤੀ ਰੂਪ ਵਿੱਚ ਉਹਨੂੰ ਪ੍ਰਵਾਨਗੀ ਲੈ ਕੇ ਇੱਕ ਸਿਸਟਮ ਕ੍ਰੀਏਟ ਕੀਤਾ ਨਾ ਅਸੀਂ ਕਿ ਕੋਈ ਬੰਦਾ ਜਿਹੜਾ ਇੱਥੇ ਮਹਾਨ ਨਹੀਂ ਹੋਏਗਾ, ਕੋਈ ਵਿਅਕਤੀ ਇਸ ਨੂੰ ਪਹਿਲਾਂ ਨਹੀਂ ਛੂਏਗਾ, ਕੋਈ ਵਿਅਕਤੀ ਇਸ ਨੂੰ ਖਾ ਕੇ ਝੂਠਾ ਕਰਕੇ ਦੇਹਧਾਰੀ ਪ੍ਰਥਾ ਵਾਲੀ ਕਿਰਿਆ ਨਹੀਂ ਕਰੇਗਾ। ਉਹਨੂੰ ਫਿਰ ਅਸੀਂ ਸਾਂਝੇ ਰੂਪ ਵਿੱਚ ਸੰਗਤ ਵਿੱਚ ਵਰਤਾਉਂਦੇ ਹਾਂ। ਕੀ ਅਮੀਰ ਕੀ ਗਰੀਬ, ਹਰ ਤਰ੍ਹਾਂ ਦੇ ਜੀਵ ਜਿਹੜੇ ਨੇ ਉੱਥੇ ਸਾਂਝੇ ਸੰਗਤੀ ਰੂਪ ਵਿੱਚ ਬਿਨਾਂ ਭੇਦਭਾਵ ਤੋਂ ਜਿਹੜਾ ਵਰਤਾਰਾ ਵਰਤੇ ਉਹਨੂੰ ਪ੍ਰਸ਼ਾਦ ਕਿਹਾ ਜਾਂਦਾ। ਅਸੀਂ ਸ਼ੁਕਰ ਕਰ ਸਕਦੇ ਹਾਂ, ਪ੍ਰਸ਼ਾਦ ਛਕਦੇ ਹਾਂ, ਸ਼ੁਕਰ ਕਰੋ, ਵਾਹਿਗੁਰੂ ਦਾ ਧੰਨਵਾਦ ਕਰੋ, ਉਸ ਨੇ ਸਾਨੂੰ ਇਹ ਵਸਤੂ, ਇਹ ਖਾਣ ਪੀਣ ਦੀ ਖਾਦ ਖੁਰਾਕ ਬਖਸ਼ੀ ਹੈ।
ਜੇ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਏ। ਪਰ ਜਿਹੜਾ ਬੰਦਾ ਇਹ ਸੋਚਦਾ ਨਾ ਮੈਂ ਪਹਿਲਾਂ ਰੱਬ ਨੂੰ ਖਵਾਉਣਾ ਹੈ, ਉਹਨਾਂ ਲਈ ਇਹ ਪੰਕਤੀ ਬਹੁਤ ਜ਼ਰੂਰੀ ਹੈ। ਫਰਮਾਉਂਦੇ ਹਨ, ਆਨੀ ਲੈ ਦੁਗਧ ਰਿਧਾਈ ਲੈ ਖੀਰੰ, ਠਾਕੁਰ ਕੋ ਨੇ ਵੇਦ ਕਰੋ ਪਹਿਲੇ ਦੂਧ ਬਿਟਾਰਿਓ ਬਛਰੈ। ਦੁੱਧ ਪਹਿਲਾਂ ਬਛਰੇ ਨੇ ਪੀਤਾ, ਵੱਛੇ ਨੇ ਪੀਤਾ। ਇੱਕ ਤਾਂ ਉਹਨੇ ਝੂਠਾ ਕੀਤਾ, ਤੇ ਦੂਜਾ ਜਦੋਂ ਵੱਛਾ ਪੀ ਰਿਹਾ ਸੀ ਤਾਂ ਕੀ ਵਾਹਿਗੁਰੂ ਦੀ ਜੋਤ ਉਹਦੇ ਵਿੱਚ ਨਹੀਂ ਸੀ? ਕੀ ਰੱਬ ਉਥੋਂ ਮਨਫੀ ਸੀ? ਉਹ ਰੱਬ ਤੋਂ ਖਾਲੀ ਸੀ? ਬੀਠਲ ਪਹਿਲਾ ਉਹਦੇ ਵਿੱਚ ਵੀ ਮੇਰਾ ਮਾਲਕ ਹੈ, ਕਾਏ ਕਰੋ। ਫਿਰ ਮੈਂ ਕੀ ਕਰ ਰਿਹਾ? ਫਿਰ ਮੈਂ ਕਿਸ ਨੂੰ ਖੁਸ਼ ਕਰ ਰਿਹਾ ਹਾਂ? ਫਿਰ ਅੱਗੇ ਫਰਮਾਉਂਦੇ ਹਨ, ਈਬੈ ਬੀਠਲ, ਇੱਥੇ ਵੀ ਉਹ ਵਿਆਪਕ ਪਰਮੇਸ਼ਰ ਹੈ। ਉਬੈ ਬੀਠਲ, ਉੱਥੇ ਵੀ ਵਿਆਪਕ ਪਰਮੇਸ਼ਰ ਹੈ। ਵੈਸੇ ਸ਼ਬਦ ਨਾਲ ਰਲਦਾ ਹੀ ਇੱਕ ਸ਼ਬਦ ਭਗਤ ਰਵਿਦਾਸ ਜੀ ਆਪਾਂ ਵਿਚਾਰਿਆ ਹੈ, ਦੂਧ ਤਾਂ ਬਛਰੇ ਥਨੋਂ ਬਿਟਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ, ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋਂ, ਅਵਰ ਨਾ ਫੂਲ ਅਨੂਪ ਨਾ ਪਾਵੋਂ, ਮੈਂ ਲਾਗਰ ਬੇਰੇ ਹੈ ਭੁਯੰਗਾ, ਵੇਖੇ ਅੰਮ੍ਰਿਤ ਬਸੈ ਇੱਕ ਸੰਗਾ, ਧੂਪ ਦੀਪ ਨਹੀਂ ਬੇਦਾ ਬਾਸਾ, ਕੈਸੇ ਪੂਜ ਕਰੈਂ ਤੇਰੀ ਦਾਸਾ। ਫਿਰ ਅਸਲ ਪੂਜਾ ਸਮਝਾਈ, ਮਨ ਤਾਂ ਨਿਰਪੋਂ ਪੂਜ ਚਰਾਵੋਂ, ਗੁਰ ਪ੍ਰਸਾਦ ਨਿਰੰਜਨ ਪਾਵੋਂ, ਪੂਜਾ ਅਰਚਾ ਆਹੇ ਨਾ ਤੋਰੀ, ਕਹਿ ਰਵਿਦਾਸ ਕਵਨ ਗਤ ਮੋਰੀ। ਤੋ ਸੇਮ ਵਿਆਖਿਆ ਦੋਨਾਂ ਸ਼ਬਦਾਂ ਦੀ। ਤੋ ਭਗਤ ਜੀ ਆਖਦੇ ਨੇ ਈਬੈ ਬੀਠਲ, ਉਬ ਹੈ, ਉਥੇ ਵੀ ਉਹ ਵਿਆਪਕ ਪਰਮੇਸ਼ਰ ਹੈ, ਭਾਵ ਹਰ ਥਾਂ ਤੇ ਹੈ। ਬੀਠਲ ਬਿਨ ਸੰਸਾਰ ਨਹੀਂ, ਉਹਦੇ ਤੋਂ ਬਿਨਾਂ ਤੇ ਜਗਤ ਹੈ ਹੀ ਨਹੀਂ। ਉਹ ਆਪ ਹੀ ਆਪ ਵਿਆਪਕ ਹੈ। ਏਕ ਹੀ ਏਕ ਅਨੇਕ ਹੋਏ ਬਿਸਤਰੇ। ਥਾਨ ਥਨੰਤਰ, ਥਾਨ ਮਤਲਬ ਥਾਂ ਤੇ, ਹਰ ਜਗ੍ਹਾ ਤੇ। ਥਾਨ ਅੰਤਰ, ਹਰ ਥਾਂ ਦੇ ਵਿੱਚ, ਹਰ ਜਗ੍ਹਾ ਤੇ, ਹਰ ਚੀਜ਼ ਵਿੱਚ, ਹਰ ਸ਼ੈ ਵਿੱਚ। ਨਾਮਾ ਪ੍ਰਣਵੈ, ਨਾਮਦੇਵ ਜੀ ਆਖਦੇ ਹਨ, ਹਰ ਥਾਂ ਦੇ ਉੱਤੇ ਹੀ ਮੇਰੇ ਮਾਲਕ, ਹਰ ਸ਼ੈ ਵਿੱਚ ਤੂੰ ਹੈ। ਤੂਰ ਰਹਿਓ ਤੂੰ ਸਰਬ ਮਹੀ। ਮਹੀ ਦਾ ਭਾਵ ਹੈ ਸ੍ਰਿਸ਼ਟੀ, ਜਗਤ, ਸੰਸਾਰ। ਤੂੰ ਸਾਰੇ ਸੰਸਾਰ ਦੇ ਵਿੱਚ ਮੁਕੰਮਲ ਰੂਪ ਵਿੱਚ ਨਿਰੰਤਰ ਹਰ ਜਗ੍ਹਾ ਦੇ ਉੱਤੇ ਵਿਆਪਕ ਤੇ ਸਮਾਇਆ ਹੋਇਆ ਹੈ। ਪਾਤਸ਼ਾਹ ਬਖਸ਼ਿਸ਼ ਕਰਨ, ਇਸ ਸ਼ਬਦ ਦਾ ਜੋ ਤਤ ਭਾਵ ਉਪਦੇਸ਼ ਹੈ, ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ। ਗਰੀਬ ਨਵਾਜ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।